Praise the Lord, hallelujah. Thank you Lord Jesus, ਪ੍ਰਭੂ ਯਿਸੂ ਜ਼ਮੀਨ ਅਸਮਾਨ ਦੇ ਮਾਲਕ ਤੇ ਖਾਲਕ, ਅਸੀਂ ਤੁਹਾਡਾ ਸ਼ੁਕਰ ਕਰਦੇ ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਇਸ ਤੁਹਾਡੇ ਪਿਆਰ ਔਰ ਤੁਹਾਡੀ ਮੁਹੱਬਤ ਲਈ ਪ੍ਰਭੂ, ਤੇਰਾ ਸ਼ੁਕਰ ਕਰਦੇ ਅੱਜ ਦੇ ਅੱਛੇ ਤੇ ਪਿਆਰੇ ਦਿਨ ਦੇ ਲਈ ਔਰ ਪਵਿੱਤਰ ਦਿਨ ਦੇ ਲਈ ਤੇਰਾ ਸ਼ੁਕਰ ਕਰਦੇ, ਅਸੀਂ ਤੇਰਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਤੂੰ ਬਹੁਤ ਹੀ ਦਿਆਲੂ ਤੇ ਕਿਰਪਾਲੂ ਪਾਪ, ਤੂੰ ਬਹੁਤ ਹੀ ਪਿਆਰ ਨਾਲ ਭਰਿਆ ਪਰਮੇਸ਼ਰ ਤੇ ਤਰਸ ਨਾਲ ਭਰਿਆ ਪਰਮੇਸ਼ਰ। ਜੋ ਵੀ ਅੱਜ ਦਾ ਵਚਨ ਹੋਏ ਪਿਤਾ ਪਰਮੇਸ਼ਰ ਯਿਸੂ ਜੀ, ਮੈਂ ਨਾ ਬੋਲਾਂ ਬਲਕਿ ਤੇਰਾ ਪੁੱਤਰ ਆਤਮਾ ਕੰਮ ਕਰੇ ਪਿਤਾ ਪਰਮੇਸ਼ਰ, ਤਾਂ ਕਿ ਰੂਹ ਔਰ ਸੱਚਾਈ ਤੇ ਦਿਲ ਦੀਆਂ ਗਹਿਰਾਈਆਂ ਨਾਲ ਜੋ ਵੀ ਤੁਸੀਂ ਸਾਨੂੰ ਅੱਜ ਵਚਨ ਦਿਓ, ਜੋ ਵੀ ਸਾਡੇ ਨਾਲ ਗੱਲਬਾਤ ਕਰੋ ਪ੍ਰਭੂ ਜੀ, ਉਹ ਯਿਸੂ ਰਾਜਾ ਤੇਰੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਹੋਵੇ। ਔਰ ਪਿਤਾ ਜਿੰਨੇ ਵੀ ਭੈਣ ਭਾਈ ਇਸ ਨੂੰ ਸੁਣਨ, ਔਰ ਯਿਸੂ ਤੇਰੇ ਨਾਮ 'ਚ ਬਹੁਤ ਬੜੀ ਬਰਕਤ ਤੇ ਆਸ਼ੀਸ਼ ਪਾਉਣ ਯਿਸੂ ਦੇ ਨਾਮ 'ਚ, ਆਮੀਨ ਆਮੀਨ ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਦਾ ਬਹੁਤ ਸ਼ੁਕਰ ਕਰਦੇ, ਉਹਦਾ ਧੰਨਵਾਦ ਕਰਦੇ ਹਾਂ। ਪ੍ਰਭੂ ਦੇ ਨਾਮ ਨੂੰ ਇੱਜ਼ਤ, ਉਹਦੇ ਨਾਮ ਨੂੰ ਜਲਾਲ ਦੇਣ। ਅੱਜ ਦਾ ਅੱਛਾ ਤੇ ਪਵਿੱਤਰ ਦਿਨ ਪ੍ਰਭੂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਲੈ ਕੇ ਆਇਆ, ਔਰ ਅਸੀਂ ਉਹਦੇ ਨਾਮ ਦੀ ਬੜਾਈ, ਉਹਦੇ ਨਾਮ ਦੀ ਮਹਿਮਾ ਕਰਨ ਦੇ ਲਈ ਅਸੀਂ ਇਕੱਠੇ ਹੋਏ ਹਾਂ। ਔਰ ਅੱਜ ਦਾ ਵਚਨ ਜੋ ਪ੍ਰਭੂ ਯਿਸੂ ਮਸੀਹ ਨੇ ਦਿੱਤਾ, ਉਹ ਸਾਡੇ ਨਾਲ ਸਾਰਿਆਂ ਦੇ ਨਾਲ ਗੱਲਬਾਤ, ਮੇਰੇ ਨਾਲ ਵੀ ਔਰ ਤੁਹਾਡੇ ਨਾਲ ਵੀ ਗੱਲਬਾਤ ਕਰਨ ਲਈ ਜਾ ਰਿਹਾ ਕਿ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੋ ਕੇ ਅਸੀਂ ਉਹਦੇ ਨਾਮ ਨੂੰ ਵਡਿਆਈ, ਉਹਦੇ ਨਾਮ ਨੂੰ ਮਹਿਮਾ ਦੇ ਕੇ, ਔਰ ਕਿਸ ਤਰ੍ਹਾਂ ਪਰਮੇਸ਼ਰ ਦੇ ਵਿੱਚ ਅਸੀਂ ਸਟਰੋਂਗ ਬਣ ਸਕਦੇ, ਕਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਪੂਰੀ ਗੁਜ਼ਾਰ ਸਕਦੇ ਹਾਂ, ਉਹ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਆਪਾਂ ਦੇਖਣਾ ਹੈ। ਕਿ ਵਿਸ਼ਾ ਸਾਡਾ ਇਹ ਹੈ ਕਿ ਵਰਤ ਰੱਖ ਕੇ ਪ੍ਰਾਰਥਨਾ ਕਰੋ ਤੇ ਪੂਰੀ ਫਸਲ ਪਾਓਗੇ। ਜੇ ਅਸੀਂ ਵਰਤ ਰੱਖ ਕੇ ਪਰਮੇਸ਼ਰ ਦੇ ਅੱਗੇ ਵਰਤ ਰੱਖ ਕੇ ਅਸੀਂ ਪਰਮੇਸ਼ਰ ਦੇ ਅੱਗੇ ਦੁਹਾਈ ਦੇਵਾਂਗੇ ਕਿਸੇ ਵੀ ਕੰਮ ਦੇ ਲਈ, ਜਾਂ ਆਪਣੀ ਤਰੱਕੀ ਦੇ ਲਈ, ਜਾਂ ਆਪਣੇ ਅੱਗੇ ਵਧਣ ਦੇ ਲਈ, ਜਾਂ ਕਿਸੇ ਵੀ ਕੰਮ ਦੇ ਲਈ, ਕੋਈ ਵੀ ਤੁਹਾਡੀ ਡਿਮਾਂਡ ਹੈ ਪਰਮੇਸ਼ਰ ਦੇ ਅੱਗੇ ਕਿ ਮੇਰਾ ਪ੍ਰਭੂ ਇਹ ਕੰਮ ਹੋਣਾ ਚਾਹੀਦਾ, ਤਾਂ ਜਦੋਂ ਅਸੀਂ ਵਰਤ ਰੱਖ ਕੇ ਦੁਆ ਕਰਦੇ ਹਾਂ ਤਾਂ ਸੱਚਮੁੱਚ ਸਾਰੇ ਬੰਧਨ ਜਿਹੜਾ ਪਰਮੇਸ਼ਰ ਤੋੜ ਦਿੰਦਾ। ਹਾਲੇਲੂਇਆ। ਅੱਜ ਸਾਡਾ ਵਿਸ਼ਾ ਵੀ ਇਹੀ ਆ ਕਿ ਵਰਤ ਰੱਖੋ, ਔਰ ਰੱਖ ਕੇ ਜਦੋਂ ਤੁਸੀਂ ਵਰਤ ਰੱਖ ਕੇ ਦੁਆ ਦੇ ਵਿੱਚ ਬੈਠੋਗੇ, ਪਰਮੇਸ਼ਰ ਦੇ ਨਾਲ ਆਪਣਾ ਜੀਵਨ ਗੁਜ਼ਾਰੋਗੇ, ਪਰਮੇਸ਼ਰ ਦੇ ਨਾਲ ਆਪਣਾ ਟਾਈਮ ਗੁਜ਼ਾਰੋਗੇ ਵਰਤ ਰੱਖ ਕੇ, ਤਾਂ ਫਿਰ ਪਰਮੇਸ਼ਵਰ ਯਿਸੂ ਨਾਸਰੀ ਜਿਹੜੇ ਆ ਉਹ ਸਾਰੇ ਬੰਧਨ ਤੋੜ ਦਿੰਦਾ ਹੈ, ਤੇ ਤੁਹਾਡੇ ਜੋ ਵੀ ਕੰਮ ਆ ਤੁਸੀਂ ਤੁਹਾਡੇ ਨਹੀਂ ਹੁੰਦੇ ਹੈਗੇ, ਪਰਮੇਸ਼ਰ ਉਹ ਵੀ ਕਰ ਦਿੰਦਾ ਹੈ, ਕਿਉਂਕਿ ਵਰਤ ਰੱਖਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਹਾਲੇਲੂਇਆ। ਜਦੋਂ ਪਰਮੇਸ਼ਰ ਦੇ ਨਾਲ ਅਸੀਂ ਵਰਤ ਰੱਖ ਕੇ ਆਪਣਾ ਟਾਈਮ ਗੁਜ਼ਾਰਦੇ ਹਾਂ ਤੇ ਪਰਮੇਸ਼ਰ ਦੇ ਵਿੱਚ ਬੈਠ ਕੇ ਅਸੀਂ ਬਾਈਬਲ ਪੜ੍ਹਦੇ, ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ, ਵਰਸ਼ਿਪ ਕਰਦੇ ਹਾਂ, ਤਾਂ ਆਪਣਾ ਟਾਈਮ ਜਿਹੜਾ ਯਿਸੂ ਮਸੀਹ ਨਾਸਰੀ ਦੇ ਨਾਲ ਗੁਜ਼ਾਰਦੇ ਹਾਂ, ਤਾਂ ਸੱਚਮੁੱਚ ਮੇਰੇ ਜੀ ਜੋ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਾਰੇ ਕੰਮਾਂ ਨੂੰ ਪੂਰਾ ਕਰ ਦਿੰਦਾ ਹੈ। ਹਾਲੇਲੂਇਆ। ਅੱਜ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ ਐਸਟਰ ਦੀ ਆਜਰਾ ਦੀ ਬੁੱਕ ਜਿਹੜੀ ਹੈਗੀ ਆ, ਉਹਦਾ 8 ਬਾਬ ਉਹਦੀ 23 ਆਇਤ ਆਪਾਂ ਪਹਿਲਾਂ ਦੇਖਾਂਗੇ। ਆਜਰਾ ਉਹਦੀ 8 ਬਾਬ ਉਹਦੀ 23 ਆਇਤ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ। ਸੋ ਅਸੀਂ ਵਰਤ ਰੱਖ ਕੇ ਇਸ ਗੱਲ ਦੇ ਲਈ ਪਰਮੇਸ਼ਰ ਦੇ ਤਰਲੇ ਕੀਤੇ ਅਤੇ ਉਹਨੇ ਸਾਡੀ ਸੁਣੀ। ਹਾਲੇਲੂਇਆ। ਮੇਰੇ ਜੀਜੋ, ਕੋਈ ਵੀ ਕੰਮ ਹੈਗਾ, ਕੋਈ ਵੀ ਤੁਹਾਡੀ ਕੋਈ ਗੱਲ ਐਸੀ ਜਿਹੜੀ ਤੁਹਾਡੀ ਪੂਰੀ ਨਹੀਂ ਹੁੰਦੀ, ਜਦੋਂ ਅਸੀਂ ਯਿਸੂ ਮਸੀਹ ਨਾਸਰੀ ਦੇ ਅੱਗੇ ਰੱਖਦੇ ਹਾਂ, ਅਸੀਂ ਦੁਆ ਕਰਦੇ ਹਾਂ ਔਰ ਵਰਤ ਰੱਖ ਕੇ ਅਸੀਂ ਰੱਬ ਦੇ ਅੱਗੇ ਆਪਣਾ ਨਾਤਾ ਜੋੜਦੇ ਹਾਂ, ਤਾਂ ਪਰਮੇਸ਼ਰ ਨਾਲ ਟਾਈਮ ਗੁਜ਼ਾਰਦੇ, ਤਾਂ ਪਰਮੇਸ਼ਰ ਦੇ ਵਚਨ 'ਚ ਲਿਖਿਆ, ਆਜਰਾ 8 ਬਾਬ ਦੀ 23 ਆਇਤ 'ਚ ਲਿਖਿਆ, ਸੋ ਅਸੀਂ ਵਰਤ ਰੱਖ ਕੇ ਇਸ ਗੱਲ ਦੇ ਲਈ ਪਰਮੇਸ਼ਰ ਦੇ ਤਰਲੇ ਕੀਤੇ। ਹਾਲੇਲੂਇਆ। ਮੇਰੇ ਜੀਜੋ, ਕੋਈ ਵੀ ਕੰਮ ਹੈ ਪਰਮੇਸ਼ਰ ਦੇ ਅੱਗੇ ਤਰਲੇ ਕਰਨੇ, ਕਿਦਾਂ? ਵਰਤ ਰੱਖ ਕੇ ਤਰਲੇ ਕਰਨੇ ਆ ਪਰਮੇਸ਼ਰ ਦੇ ਅੱਗੇ। ਤਾਂ ਸੱਚਮੁੱਚ ਮੇਰੇ ਜੀਜੋ ਅਸੀਂ ਵਰਤ ਰੱਖ ਕੇ ਤਰਲੇ ਕਰਦੇ ਆ ਤਾਂ ਉਹਨੇ ਸਾਡੀ ਸੁਣੀ। ਫਿਰ ਮੇਰੇ ਜੀਜੋ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਆ ਉਹ ਸਾਡੀ ਸੁਣਦੇ ਆ ਮੇਰੇ ਜੀਜੋ। ਹਾਲੇਲੂਇਆ। ਕਿਉਂਕਿ ਵਰਤ ਰੱਖਣਾ ਜਿਹੜਾ ਆ ਉਹ ਇੱਕ ਤਰਲੇ ਕਰਨੇ ਪਰਮੇਸ਼ਰ ਦੇ ਅੱਗੇ, ਔਰ ਵਰਤ ਰੱਖ ਕੇ ਤਾਂ ਫਿਰ ਪਰਮੇਸ਼ਰ ਸਾਡੀ ਜਿਹੜੀ ਆ ਬਹੁਤ ਹੀ ਜਲਦੀ ਸੁਣਦੇ ਆ ਮੇਰੇ ਜੀਜੋ। ਹਾਲੇਲੂਇਆ। ਕਿਉਂਕਿ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਸਾਨੂੰ ਸਾਡੇ ਸਰੀਰ ਨੂੰ ਦੁੱਖ ਦੇਣਾ ਪੈਂਦਾ ਹੈ ਪਰਮੇਸ਼ਰ ਦੇ ਲਈ। ਜਦੋਂ ਅਸੀਂ ਕੋਈ ਵੀ ਕੰਮ ਜਿਹੜਾ ਸਾਡਾ ਨਹੀਂ ਹੁੰਦਾ ਤਾਂ ਅਸੀਂ ਵਰਤ ਰੱਖ ਕੇ ਪਰਮੇਸ਼ਰ ਦਾ ਟਾਈਮ ਗੁਜ਼ਾਰਦੇ ਹਾਂ, ਤਾਂ ਫਿਰ ਪਰਮੇਸ਼ਰ ਸਾਡੇ ਸਾਰੇ ਕੰਮਾਂ ਨੂੰ ਪੂਰਾ ਕਰ ਦਿੰਦਾ। ਇਸੇ ਤਰ੍ਹਾਂ ਇਸੇ ਬਾਪ ਦੀ 8 ਬਾਪ ਦੀ 21 ਆਇਤ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ, ਇੱਥੇ ਵੀ ਇਹੀ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਹੈ, ਤਦ ਮੈਂ ਉੱਥੇ ਆਵਾ ਨਦੀ ਦੇ ਵਰਤ ਦਾ ਹੋਕਾ ਦਿੱਤਾ। ਕਹਿੰਦਾ ਮੈਂ ਆਵਾ ਨਦੀ ਤੇ ਵਰਤ ਦਾ ਹੋਕਾ ਦਿੱਤਾ, ਲੋਕਾਂ ਨੂੰ ਦੱਸਿਆ ਕਿ ਵਰਤ ਰੱਖੋ। ਹਾਲੇਲੂਇਆ। ਰੱਖਿਆ, ਵਰਤ ਦਾ ਹੋਕਾ ਦਵਾਇਆ, ਤਾਂ ਜੋ ਅਸੀਂ ਆਪਣੇ ਪਰਮੇਸ਼ਰ ਦੇ ਸਨਮੁਖ ਅਧੀਨ ਹੋ ਕੇ ਆਪਣੇ ਲਈ ਤੇ ਆਪਣੇ ਨਿਆਣਿਆਂ ਲਈ ਤੇ ਆਪਣੇ ਸਾਰੇ ਮਾਲ ਦੇ ਲਈ ਉਸ ਤੋਂ ਸਿੱਧੀ ਰਾਹ ਮੰਗੀਏ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ 8 ਬਾਬ ਦੀ ਉਹਦੀ 21 ਆਇਤ 'ਚ ਲਿਖਿਆ, ਤਦ ਮੈਂ ਉਥੇ ਆਵਾ ਨਦੀ ਤੇ ਵਰਤ ਦਾ ਹੋਕਾ ਦਵਾਇਆ। ਕੀ ਦਵਾਇਆ? ਵਰਤ ਦਾ ਹੋਕਾ ਦਵਾਇਆ, ਤਾਂ ਕਿ ਸਾਰੇ ਜਣੇ ਵਰਤ ਰੱਖੋ। ਕਾਦੇ ਵਾਸਤੇ? ਪਰਮੇਸ਼ਰ ਦੇ ਵਚਨ 'ਚ ਆਪਾਂ ਦੇਖਦੇ ਹਾਂ
ਸਾਨੂੰ ਅਧੀਨ ਹੋ ਕੇ ਆਪਣੇ ਲਈ ਤੇ ਆਪਣੇ ਨਿਆਣਿਆਂ ਲਈ, ਆਪਣੇ ਲਈ ਤੇ ਆਪਣੇ ਨਿਆਣਿਆਂ ਦੇ ਲਈ ਲਈ ਤੇ ਆਪਣੇ ਸਾਰੇ ਮਾਲ ਦੇ ਲਈ ਉਸ ਤੋਂ ਸਿੱਧੀ ਰਾਹ ਮੰਗੀ, ਉਸ ਤੋਂ ਸਿੱਧੀ ਰਾਹ ਮੰਗੀ ਵਰਤ ਰੱਖ ਕੇ ਮੇਰੇ ਜੀ। ਹਾਲੇਲੂਇਆ। ਪਰਮੇਸ਼ਰ ਦੇ ਬੱਚੇ ਲਿਖਿਆ ਵਰਤ ਰੱਖ ਕੇ ਜਦੋਂ ਅਸੀਂ ਆਪਣੇ ਨਿਆਣਿਆਂ ਲਈ, ਆਪਣੇ ਮਾਲ ਡੰਗਰ ਦੇ ਲਈ ਤੇ ਆਪਣੀ ਸਿੱਧੀ ਚਾਲ ਦੇ ਲਈ, ਹਾਲੇਲੂਇਆ, ਸਿੱਧੇ ਰਾਹ ਦੇ ਲਈ ਅਸੀਂ ਮੰਗੀਏ ਪਰਮੇਸ਼ਰ ਦੇ ਕੋਲੋਂ ਵਰਤ ਰੱਖ ਕੇ, ਤਾਂ ਫਿਰ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ ਜਿਹੜਾ ਆ ਉਹ ਬਦਲ ਦਿੰਦਾ ਹੈ, ਸਾਡੇ ਨਿਆਣਿਆਂ ਨੂੰ ਬਰਕਤ ਦਿੰਦਾ, ਸਾਡੇ ਮਾਲ ਡੰਗਰ ਨੂੰ ਬਰਕਤ ਦਿੰਦਾ ਹੈ, ਆਸ਼ੀਸ਼ ਦਿੰਦਾ ਹੈ। ਇਹ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਵਰਤ ਰੱਖਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਵਰਤ ਰੱਖਣ ਦੇ ਨਾਲ ਮੇਰੇ ਜੀਜੋ ਸਾਰੇ ਬੰਧਨ ਜਿਹੜੇ ਆ ਟੁੱਟ ਜਾਂਦੇ ਪਰਮੇਸ਼ਰ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਇਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ, ਆਪਾਂ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਮਤੀ ਦੀ ਅੰਜੀਲ ਉਹਦਾ 17 ਬਾਬ ਉਹਦੀ 21 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। ਹਾਲੇਲੂਇਆ। ਉਸਨੇ ਉਹਨੂੰ ਕਿਹਾ, ਆਪਣੀ ਘੱਟ ਨੇਚਾ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨੇਚਾ ਹੋਵੇ ਤਾਂ ਤੁਸੀਂ ਇਹ ਪਹਾੜ ਨੂੰ ਕਹੋ ਜੋ ਇਧਰੋਂ ਹਟ ਕੇ ਉਸ ਥਾਂ ਚਲਿਆ ਜਾਏ ਤਾਂ ਉਹ ਚਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਲੱਗੇਗਾ, ਨਾ ਤੁਹਾਡਾ ਅਣਹੋਣਾ ਕੰਮ ਨਾ ਹੋਵੇਗਾ। ਹਾਲੇਲੂਇਆ। ਦੇਖੋ ਇੱਥੇ ਪਰਮੇਸ਼ਰ ਦੇ ਵਚਨ 'ਚ ਪਹਿਲਾਂ ਪੜਿਆ ਹੈ ਕਿ ਵਰਤ ਰੱਖਣ ਦੇ ਨਾਲ ਸਾਰੇ ਬੰਧਨ ਟੁੱਟ ਜਾਂਦੇ ਆ। ਵਰਤ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ। ਕੋਈ ਵੀ ਕੰਮ ਜਿਹੜਾ ਨਹੀਂ ਤੁਹਾਡਾ ਹੁੰਦਾ ਤਾਂ ਵਰਤ ਰੱਖ ਕੇ ਜਦੋਂ ਆਪਾਂ ਕੰਮ ਕਰਦੇ ਤਾਂ ਸੱਚਮੁੱਚ ਪਰਮੇਸ਼ਰ ਸਾਡੇ ਜਿਹੜਾ ਉਹ ਸਾਡੀਆਂ ਦੁਆਵਾਂ ਨੂੰ ਸੁਣਦਾ ਹੈ। ਪਰ ਇੱਥੇ ਲਿਖਿਆ ਹੈ ਮਤੀ ਦੀ ਅੰਜੀਲ ਉਹਦੀ 17 ਬਾਬ ਦੀ ਉਸਨੇ 17 ਬਾਬ ਦੀ 20 ਚ 21 ਵਿੱਚ ਲਿਖਿਆ, ਉਸਨੇ ਉਹਨਾਂ ਨੂੰ ਕਿਹਾ, ਆਪਣੀ ਘੱਟ ਨੇਚਾ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ, ਹਾਲੇਲੂਇਆ, ਤੁਹਾਡੀ ਨੇਚਾ ਘੱਟ ਨੇਚਾ ਦੇ ਕਾਰਨ ਸਾਨੂੰ ਦੱਸ ਰਿਹਾ, ਤੁਹਾਡੇ ਵਿੱਚ ਜੇ ਘੱਟ ਨੇਚਾ ਹੈ ਤਾਂ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸ ਰਿਹਾ ਹੈ ਵੀ ਨੇਚਾ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ, ਮੈਂ ਤੁਹਾਨੂੰ ਸੱਚ ਆਖਦਾ ਹਾਂ। ਜੇ ਤੁਹਾਡੇ ਵਿੱਚ ਨੇਚਾ ਘੱਟ ਹੈ ਤਾਂ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਮੈਂ ਕਹਿੰਦਾ ਤੁਹਾਨੂੰ ਸੱਚ ਆਖਦਾ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ, ਹਾਲੇਲੂਇਆ। ਦੇਖੋ ਇੱਥੇ ਨੇਚਾ ਦੀ ਗੱਲ ਕੀਤੀ ਗਈ ਆ ਵੀ ਇੱਕ ਰਾਈ ਦੇ ਦਾਣੇ। ਦੇਖੋ ਰਾਈ ਦਾ ਦਾਣਾ ਜਿਹੜਾ ਆ ਉਹ ਕਿੰਨਾ ਕੁ ਹੁੰਦਾ, ਛੋਟਾ ਜਿਹਾ ਰਾਈ ਦਾ ਦਾਣਾ ਹੁੰਦਾ। ਇੰਨਾ ਵੀ ਤੁਹਾਡੇ ਵਿੱਚ ਵਿਸ਼ਵਾਸ ਹੈ, ਹਾਲੇਲੂਇਆ, ਇੰਨਾ ਵੀ ਰਾਈ ਦੇ ਦਾਣੇ ਸਮਾਨ ਨੇਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋ ਜੋ ਇਧਰੋਂ ਹਟ ਕੇ ਉਸ ਥਾਂ ਤੇ ਚਲਿਆ ਜਾਏ। ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ, ਪਰਮੇਸ਼ਰ ਦੇ ਵਚਨ ਲਿਖਿਆ, ਇੱਕ ਰਾਈ ਦਾ ਦਾਣੇ ਜਿੰਨਾ ਵਿਸ਼ਵਾਸ ਤੁਹਾਡੇ ਵਿੱਚ ਹੈਗਾ, ਨੇਚਾ ਹੈ ਤੁਹਾਡੇ ਵਿੱਚ, ਪਹਾੜ ਨੂੰ ਕਹੋ ਉੱਠ ਕੇ ਦੂਸਰੇ ਪਾਸੇ ਚਲਿਆ ਜਾਏ ਤਾਂ ਉਹ ਚਲਿਆ ਜਾਵੇਗਾ ਮੇਰੇ ਜੀਜਾ। ਦੇਖੋ ਪਰਮੇਸ਼ਰ ਦਾ ਵਾਅਦਾ ਜਿਹੜਾ, ਪਰਮੇਸ਼ਰ ਦਾ ਵਚਨ ਜਿਹੜਾ ਸਾਨੂੰ ਕੀ ਦੱਸਦਾ ਹੈ, ਅਤੇ ਤੁਹਾਨੂੰ ਕੋਈ ਕੰਮ ਅਣਹੋਣਾ, ਤੁਹਾਡੇ ਲਈ ਕੋਈ ਵੀ ਕੰਮ ਅਣਹੋਣਾ ਨਹੀਂ ਹੋਵੇਗਾ। ਹਾਲੇਲੂਇਆ। ਕੋਈ ਵੀ ਕੰਮ ਅਣਹੋਣਾ ਨਹੀਂ ਹੋਵੇਗਾ। ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਇੱਕ ਰਾਈ ਦੇ ਦਾਣੇ ਜਿੰਨਾ ਤੁਹਾਡੇ ਵਿੱਚ ਵਿਸ਼ਵਾਸ ਹੋਏ ਤਾਂ ਮੇਰੇ ਜੀਜੋ ਸਾਨੂੰ ਜਿਹੜਾ ਵਿਸ਼ਵਾਸ ਕਰਨਾ ਔਰ ਉਹਦੇ ਵਿੱਚ ਵਧਣਾ, ਉਹਦੇ ਵਿੱਚ ਵੱਧ ਕੇ ਚੱਲਣਾ ਪਰਮੇਸ਼ਰ ਦੇ ਨਾਲ, ਔਰ ਵਰਤ ਰੱਖ ਕੇ ਔਰ ਨੇਚਾ ਕਰਕੇ ਇੱਕ ਰਾਈ ਦੇ ਦਾਣੇ ਜਿੰਨਾ ਵੀ ਵਿਸ਼ਵਾਸ ਤੁਹਾਡੇ ਵਿੱਚ ਹੋਏਗਾ ਤਾਂ ਕੋਈ ਵੀ ਕੰਮ, ਪਰਮੇਸ਼ਰ ਦੇ ਵਚਨ ਲਿਖਿਆ, ਕੋਈ ਅਣਹੋਣਾ ਕੰਮ ਨਹੀਂ ਹੋਵੇਗਾ। ਮਤਲਬ ਕਿ ਕੋਈ ਵੀ ਕੰਮ ਐਸਾ ਨਹੀਂ ਕਿ ਜਿਹੜਾ ਨਹੀਂ ਹੋਏਗਾ ਤੁਹਾਡੇ ਲਈ। ਹਾਲੇਲੂਇਆ। ਪਰਮੇਸ਼ਰ ਬਹੁਤ ਜ਼ਿਆਦਾ ਵਿਸ਼ਵਾਸ ਨਹੀਂ ਚਾਹੁੰਦਾ, ਨਾ ਨੇਚਾ ਚਾਹੁੰਦਾ, ਇੱਕ ਰਾਈ ਦੇ ਦਾਣੇ ਜਿੰਨਾ ਵੀ ਵਿਸ਼ਵਾਸ। ਉਹ ਕਿੱਦਾਂ? ਪੂਰੇ ਦਿਲ ਦੇ ਨਾਲ, ਪੂਰੇ ਵਿਸ਼ਵਾਸ ਦੇ ਨਾਲ, ਪੂਰੇ ਇਮਾਨਦਾਰੀ ਦੇ ਨਾਲ ਉਹ ਨੇਚਾ ਤੁਹਾਡੇ ਵਿੱਚ ਹੋਣੀ ਚਾਹੀਦੀ ਆ। ਤਾਂ ਫਿਰ ਪਰਮੇਸ਼ਰ ਕਹਿੰਦਾ ਕੋਈ ਵੀ ਕੰਮ ਅਣਹੋਣਾ ਨਾ ਹੋਵੇਗਾ। ਹਾਲੇਲੂਇਆ। ਦੇਖੋ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ, ਸਾਡੇ ਨਾਲ ਕੀ ਵਾਅਦਾ ਹੈ ਉਹਦਾ। ਹਾਲੇਲੂਇਆ। ਸੋ ਪਰਮੇਸ਼ਰ ਦਾ ਸ਼ੁਕਰ ਕਰਦੇ, ਉਹਦਾ ਧੰਨਵਾਦ ਕਰਦੇ। ਇੱਕ ਹੋਰ ਆਪਾਂ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਐਸਟਰ ਦੀ ਕਿਤਾਬ। ਹਾਲੇਲੂਇਆ। ਥੈਂਕ ਯੂ ਜੀਸਸ। ਹਾਲੇਲੂਇਆ। ਐਸਟਰ ਦੀ ਕਿਤਾਬ ਆਪਾਂ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ। ਉਹਦਾ ਐਸਟਰ ਦੀ ਕਿਤਾਬ ਉਹਦਾ 4 ਬਾਬ ਉਹਦੀ 16 ਆਇਤ ਆਪਾਂ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ। 4 ਬਾਬ ਦੀ 16। ਹਾਲੇਲੂਇਆ। ਥੈਂਕ ਯੂ ਜੀਸਸ। ਕਿ ਜਾਂ ਉਹ ਸ਼ੂਸ਼ਨ ਵਿੱਚ ਕਿੰਨੇ ਯਹੂਦੀ ਹਨ ਉਹਨਾਂ ਨੂੰ ਇਕੱਠਾ ਕਰਕੇ ਅਤੇ ਤੁਸੀਂ ਮੇਰੇ ਲਈ ਵਰਤ ਰੱਖੋ। ਹਾਲੇਲੂਇਆ। ਇੱਥੇ ਵੀ ਦੇਖੋ ਵਰਤ, ਪਰਮੇਸ਼ਰ ਨੇ ਵਰਤ ਰੱਖਣ ਦੇ ਲਈ ਕਿਹਾ ਹੈ। ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਕਿ ਸ਼ੂਸ਼ਨ ਵਿੱਚ ਜਿੰਨੇ ਵੀ ਯਹੂਦੀ ਹਨ ਉਹਨਾਂ ਨੂੰ ਇਕੱਠਾ ਕਰਕੇ ਅਤੇ ਤੁਸੀਂ ਮੇਰੇ ਲਈ ਵਰਤ ਰੱਖੋ ਅਤੇ 3 ਦਿਨ ਤੱਕ 3 ਰਾਤ ਨਾ ਕੁਝ ਖਾਣਾ ਤੇ ਨਾ ਕੁਝ ਪੀਣਾ। ਹਾਲੇਲੂਇਆ। ਇੱਥੇ ਵੀ ਦੇਖੋ ਪਰਮੇਸ਼ਰ ਦਾ ਵਚਨ ਸਾਨੂੰ ਇਹੀ ਦੱਸਦਾ ਹੈ ਕਿ ਯਹੂਦੀਆਂ ਨੂੰ ਦੱਸ ਰਿਹਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕਿ ਤੁਸੀਂ
ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ, ਅਤੇ ਤੁਸੀਂ ਮੇਰੇ ਲਈ ਵਰਤ ਰੱਖੋ ਅਤੇ 3 ਦਿਨ ਅਤੇ 3 ਰਾਤ ਨਾ ਕੁਝ ਖਾਣਾ ਤੇ ਨਾ ਕੁਝ ਪੀਣਾ, ਅਤੇ ਮੈਂ ਆਪਣੀਆਂ ਸਹੇਲੀਆਂ ਸਣੇ ਇਵੇਂ ਹੀ ਵਰਤ ਰੱਖਾਂਗੀ, ਅਤੇ ਇਉਂ ਹੀ ਮੈਂ ਪਾਤਸ਼ਾਹ ਦੇ ਕੋਲ ਜਾਵਾਂਗੀ, ਜਿਹੜੇ ਕਾਨੂੰਨ ਦੇ ਅਨੁਸਾਰ ਨਹੀਂ। ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ। ਹਾਲੇਲੂਇਆ। ਤਾਂ ਮੇਰੇ ਜੀਜੋ, ਇੱਥੇ ਵੀ ਪਰਮੇਸ਼ਰ ਦੇ ਵਚਨ ਦੇ ਵਿੱਚ ਇਹੀ ਲਿਖਿਆ ਹੈ ਕਿ ਸਾਨੂੰ ਜਿਹੜਾ ਵਰਤ ਰੱਖਣਾ 3 ਦਿਨ ਤੇ 3 ਰਾਤਾਂ, ਜਾਂ ਕੁਝ ਨਹੀਂ ਖਾਣਾ ਪੀਣਾ, ਤਾਂ ਫਿਰ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਕਿ ਜੋ ਵੀ ਉਹਦੀ ਸੀਗੀ ਕੋਈ ਗੱਲਬਾਤ ਸੀ ਉਹ ਪੂਰੀ ਹੋਏਗੀ। ਹਾਲੇਲੂਇਆ। ਇੱਥੇ ਵੀ ਸਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਇਹੀ ਦੱਸਿਆ ਗਿਆ ਹੈ ਕਿ ਅਸੀਂ ਵਰਤ ਰੱਖ ਕੇ 3 ਦਿਨ 3 ਰਾਤਾਂ ਕੁਝ ਨਹੀਂ ਖਾਣਾ, ਤਾਂ ਪਰਮੇਸ਼ਰ ਜੋ ਵੀ ਉਹਦੀ ਦਿਲ ਦੀ ਆਸ ਮਰਾਦ ਸੀ ਉਹ ਪੂਰੀ ਕਰੇਗਾ। ਹਾਲੇਲੂਇਆ। ਕਿਸ ਤਰ੍ਹਾਂ? ਵਰਤ ਰੱਖ ਕੇ। ਹਾਲੇਲੂਇਆ। ਪਰਮੇਸ਼ਰ ਨਾਲ ਟਾਈਮ ਗੁਜ਼ਾਰ ਕੇ, ਪਰਮੇਸ਼ਰ ਦੇ ਨਾਲ ਬੰਦਗੀ ਕਰਕੇ, ਪਰਮੇਸ਼ਰ ਦੇ ਨਾਲ ਵਰਸ਼ਿਪ ਕਰਕੇ, ਫਿਰ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਜੋ ਵੀ ਤੁਹਾਡੇ ਲਈ ਹੋਏਗਾ, ਹਾਲੇਲੂਇਆ, ਜੋ ਵੀ ਤੁਸੀਂ ਕਹੋਗੇ ਤੁਹਾਡੇ ਲਈ ਪਰਮੇਸ਼ਰ ਪੂਰਾ ਕਰ ਦੇਵੇਗਾ। ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਇਹਨਾਂ ਵਚਨਾਂ ਨਾਲ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਰਵਾਦ।